ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, LDD TV ਤੇ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ। ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਜੋ ਕਿੱਤਾਮੁਖੀ ਪੇਪਰ ਹੁੰਦੇ ਨੇ ਉਹਨਾਂ ਦੀ ਤਿਆਰੀ ਕਰ ਰਹੇ ਹਾਂ, ਜਿੱਥੇ ਮੇਰਾ ਅਜੀਜ਼ ਸਤਨਾਮ ਸਿੰਘ ਕੈਂਥ ਆਧੁਨਿਕ ਪੰਜਾਬੀ ਕਾਵਿ ਦੇ ਸੰਦਰਭ ਵਿੱਚ ਲੈਕਚਰ ਤਿਆਰ ਕਰ ਰਿਹਾ ਤੇ ਬਿਨਾਂ ਕਿਸੇ ਮਿਹਨਤਾਨੇ ਲੈ ਤੇ ਬਹੁਤ ਮਿਹਨਤ ਕਰਕੇ ਤੁਹਾਡੇ ਵਾਸਤੇ ਲੈਕਚਰ ਤਿਆਰ ਕਰ ਰਿਹਾ। ਉੱਥੇ ਹੀ ਮੈਂ ਹੁਣ ਪੰਜਾਬੀ ਸਾਹਿਤ ਦੇ ਆਦਿ ਕਾਲ ਤੋਂ ਸ਼ੁਰੂਆਤ ਕੀਤੀ ਆ। ਸਾਡਾ ਪਹਿਲਾ ਲੈਕਚਰ ਹੋਇਆ ਸੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਕਾਲਵੰਡ, ਤੇ ਉਹਦੇ ਵਿੱਚ ਜੋ ਆਪਾਂ ਵਿਸ਼ੇਸ਼ ਨੁਕਤੇ ਕੀਤੇ ਸੀਗੇ ਉਹ ਪਹਿਲੇ ਲੈਕਚਰ ਦੇ ਵਿੱਚ ਪੂਰੇ ਕੌਨਫੀਡੈਂਸ, ਪੂਰੇ ਆਪਾਂ ਤੱਥ ਲੱਭ ਕੇ ਤੇ ਪ੍ਰੋਪਰ ਰੈਲੇਵੈਂਟ ਮੈਟਰ ਜਿਹੜਾ ਸੀਗਾ ਪਹਿਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ। ਅੱਜ ਆਪਾਂ ਪੰਜਾਬੀ ਸਾਹਿਤ ਦਾ ਜਿੱਥੋਂ ਮੁੱਢ ਵੱਜਦਾ ਨਾਥ ਜੋਗੀਆਂ ਦਾ ਸਾਹਿਤ ਉਹ ਕਰਾਂਗੇ, ਠੀਕ ਹੈ ਜੀ। ਤੇ ਪਿਆਰੇ ਦੋਸਤੋ, ਗੁਜ਼ਾਰਿਸ਼ ਇੱਕ ਦੋ ਸਵਾਲ ਕਿ ਪੰਜਾਬੀ ਸਾਹਿਤ ਦਾ ਇਤਿਹਾਸ ਸਭ ਤੋਂ ਪਹਿਲਾਂ ਕਿਹਨੇ ਲਿਖਿਆ? ਦੂਜਾ ਪ੍ਰਸ਼ਨ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਪ੍ਰਮਾਣਿਕ ਸਰੋਤ ਕਿਸ ਦੀ ਕਿਤਾਬ ਨੂੰ ਮੰਨਿਆ ਜਾਂਦਾ? ਤੀਜਾ ਪ੍ਰਸ਼ਨ ਕਿ ਪੰਜਾਬੀ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ? ਆਓ ਆਪਾਂ ਅੱਜ ਸ਼ੁਰੂਆਤ ਕਰਦੇ ਹਾਂ ਅੱਜ ਦੇ ਲੈਕਚਰ ਦੀ। ਬਾਕੀ ਤੁਸੀਂ ਇਹ ਸਾਰਾ ਲੈਕਚਰ ਜਦੋਂ ਵੇਖੋਗੇ ਤਾਂ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਮਿਲ ਜਾਣਗੇ। ਹਾਂਜੀ, ਅੱਜ ਦੂਜਾ ਲੈਕਚਰ ਆ ਪੰਜਾਬੀ ਸਾਹਿਤ ਦੇ ਆਦਿ ਕਾਲ ਬਾਰੇ, ਜੋ ਸਾਨੂੰ ਮੁੱਢਲਾ ਸਾਹਿਤ ਮਿਲਦਾ ਆ, ਠੀਕ ਹੈ ਜੀ। ਨਾਥ ਜੋਗੀਆਂ ਦਾ ਸਾਹਿਤ ਆ, ਇਹਨੂੰ ਪੰਜਾਬੀ ਸਾਹਿਤ ਦਾ ਮੁੱਢ ਮੰਨਿਆ ਜਾਂਦਾ। ਡਾਕਟਰ ਮੋਹਨ ਸਿੰਘ ਦੀਵਾਨਾ ਨੇ 8ਵੀਂ 9ਵੀਂ ਤੇ 10ਵੀਂ ਸਦੀ ਦਾ ਜਿਹੜੇ ਨਾਥ ਜੋਗੀ ਹੋਏ ਨੇ ਉਹਨਾਂ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਦਾ ਮੁੱਢ ਮੰਨਿਆ, ਆਰੰਭ ਮੰਨਿਆ, ਸ਼ੁਰੂਆਤ ਮੰਨੀ ਆ, ਠੀਕ ਹੈ ਜੀ। ਤੇ ਇਹ ਜੋਗੀ ਤੇ ਨਾਥ ਜੋਗੀ ਉੱਤਰੀ ਭਾਰਤ ਦੇ ਵਿੱਚ ਵਿਚਰਦੇ ਸੀਗੇ, ਉੱਤਰੀ ਭਾਰਤ ਵਿੱਚ ਇਹ ਰਹਿੰਦੇ ਸੀਗੇ, ਪਰ ਜਿਹੜੇ ਸਿੱਧ ਆ ਉਹ ਦੱਖਣੀ ਭਾਰਤ ਦੇ ਵਿੱਚ ਬਾਹਲੇ ਵਿਚਰੇ ਨੇ। ਉਹਨਾਂ ਦੀ ਮਾਗਧੀ ਭਾਸ਼ਾ ਵਿੱਚ ਬਹੁਤੀ ਰਚਨਾ ਮਿਲਦੀ ਆ, ਪਰ ਜਿਹੜੇ ਨਾਥ ਜੋਗੀ ਆ ਇਹਨਾਂ ਦਾ ਕੇਂਦਰ ਪੰਜਾਬ ਤੇ ਰਾਜਸਥਾਨ ਰਿਹਾ, ਇਸ ਕਰਕੇ ਇਹਨਾਂ ਦਾ ਬਹੁਤਾ ਸੰਬੰਧ ਪੰਜਾਬੀ ਭਾਸ਼ਾ ਦੇ ਨਾਲ ਦਰਸਾਇਆ ਜਾਂਦਾ, ਮੰਨਿਆ ਜਾਂਦਾ ਆ। ਇਹ ਮੰਨਿਆ ਜਾਂਦਾ ਕਿ ਜਿਹੜਾ ਸਿੱਧ ਵਾ ਇਹਦਾ ਅੱਖਰੀ ਅਰਥ ਹੈਗਾ ਆ ਸਾਧਨਾ। ਇਸੇ ਤਰ੍ਹਾਂ ਹੀ ਜਿਹੜਾ ਯੋਗ ਆ ਪ੍ਰੋਫੈਸਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਉਹਦਾ ਅਰਥ ਹੈਗਾ ਆ ਜੁੜਨਾ, ਠੀਕ ਹੈ ਜੀ, ਜੁੜਨਾ, ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ। ਅੱਗੇ ਇੱਕ ਕਥਨ ਆਉਂਦਾ ਹੁੰਦਾ ਕਿ ਉਨਮਨ ਦੀ ਅਵਸਥਾ। ਉਨਮਨ ਦੀ ਅਵਸਥਾ ਕੀ ਆ? ਇਹਦਾ ਮਤਲਬ ਹੁੰਦਾ ਆ ਨੌਨ ਮਾਈਂਡ, ਸਵੈ ਤੋਂ ਉੱਪਰ ਉੱਠਣਾ। ਨੌਨ ਮਾਈਂਡ, ਸਵੈ ਤੋਂ, ਆਪਣੇ ਆਪ ਤੋਂ, ਮੈਂ ਤੋਂ ਉੱਪਰ ਉੱਠਣਾ, ਇਹਨੂੰ ਕਹਿੰਦੇ ਆ ਉਨਮਨ ਦੀ ਅਵਸਥਾ, ਠੀਕ ਹੈ ਜੀ। ਪਹਿਲਾਂ ਬੇਸਿਕ ਜਿਹਾ ਆਪਾਂ ਜਦੋਂ ਸਮਝ ਜਾਵਾਂਗੇ, ਕਿਉਂਕਿ ਪ੍ਰਸ਼ਨ ਕਿਤੋਂ ਵੀ ਆ ਸਕਦਾ। ਮੈਂ ਜਦੋਂ ਆਦਿ ਕਾਲ ਤੋਂ ਤੁਹਾਨੂੰ ਕਰਵਾ ਰਿਹਾ ਤੇ ਮੈਂ ਚਾਹੁੰਦਾ ਕਿ ਕੋਈ ਵੀ ਨੁਕਤਾ ਰਹਿ ਨਾ ਜਾਵੇ। ਅਗਲਾ ਪ੍ਰਸ਼ਨ ਕਿ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਯੋਗ ਮਤ ਦਾ ਆਰੰਭ ਕਿੱਥੋਂ ਹੋਇਆ? ਡਾਕਟਰ ਮੋਹਨ ਸਿੰਘ ਦੀਵਾਨਾ ਕਹਿੰਦੇ ਆ ਕਿ ਯੋਗ ਮਤ ਦਾ ਆਰੰਭ ਜਿਹੜਾ ਆ, ਯੋਗ ਜੱਜੇ ਹੁੜਾ ਗੱਗਾ, ਯੋਗ ਮਤ ਦਾ ਆਰੰਭ ਜਿਹੜਾ ਆ ਉਹ ਅਥਰਵ ਵੇਦ ਤੋਂ ਹੋਇਆ। ਇਹ ਡਾਕਟਰ ਮੋਹਨ ਸਿੰਘ ਦੀਵਾਨਾ ਦਾ ਕਥਨ ਆ। ਪਰ ਜਿਹੜੇ ਸਾਡੇ ਕੋਲ ਡਾਕਟਰ ਰਾਧਾ ਕ੍ਰਿਸ਼ਨਨ ਨੇ ਉਹ ਇਸ ਚੀਜ਼ ਨੂੰ ਨਹੀਂ ਮੰਨਦੇ, ਉਹ ਨਕਾਰਦੇ ਆ। ਤੇ ਉਹਨਾਂ ਅਨੁਸਾਰ, ਡਾਕਟਰ ਰਾਧਾ ਕ੍ਰਿਸ਼ਨਨ ਅਨੁਸਾਰ ਯੋਗ ਦੇ ਬੀਜ ਉਪਨਿਸ਼ਦਾਂ ਵਿੱਚੋਂ ਲੱਭਦੇ ਆ। ਉਪਨਿਸ਼ਦਾਂ ਵਿੱਚੋਂ ਯੋਗ ਮਤ ਦੇ ਬੀਜ ਡਾਕਟਰ ਰਾਧਾ ਕ੍ਰਿਸ਼ਨਨ ਲੱਭਦੇ ਆ, ਠੀਕ ਹੈ ਜੀ। ਤੇ ਜਿਹੜਾ ਯੋਗ ਮਤ ਆ ਇਹਦਾ ਪ੍ਰਸਿੱਧ ਜਿਹੜਾ ਜੋਗੀ ਹੋਇਆ ਆ ਗੁਰੂ ਗੋਰਖਨਾਥ, ਉਹਨਾਂ ਨੂੰ ਪ੍ਰਸਿੱਧੀ ਬਹੁਤ ਜ਼ਿਆਦਾ ਮਿਲੀ। ਗੁਰੂ ਗੋਰਖਨਾਥ ਤੇ ਚਰਬਟਨਾਥ ਨੇ ਸਾਰੇ ਬਾਹਰਮੁਖੀ ਭੇਖਾਂ ਨੂੰ ਨਿੰਦਿਆ ਅਤੇ ਆਤਮਿਕ ਸ਼ੁੱਧੀ ਨੂੰ ਹੀ ਸਭ ਤੋਂ ਵੱਡਾ ਯੋਗ ਕਿਹਾ। ਇਹ ਨੋਟ ਕਰ ਲਿਓ ਕਿ ਕਿਹਨੇ ਕਿਹਾ। ਗੁਰੂ ਗੋਰਖਨਾਥ ਤੇ ਚਰਬਟਨਾਥ ਨੇ ਬਾਹਰਮੁਖੀ ਭੇਖਾਂ ਨੂੰ ਨਿੰਦਿਆ, ਮਾੜਾ ਕਿਹਾ, ਅਤੇ ਆਤਮਿਕ ਸ਼ੁੱਧੀ ਨੂੰ ਹੀ ਸਭ ਤੋਂ ਵੱਡਾ ਯੋਗ ਜਾਂ ਯੋਗ ਦੱਸਿਆ, ਕਿਉਂਕਿ ਯੋਗ ਮਤ ਦੇ ਇਹ ਵਿਦਵਾਨ ਸੀਗੇ, ਕਵੀ ਸੀਗੇ, ਸੁਧਾਰਕ ਸੀਗੇ। ਸਾਡੇ ਕੋਲ ਅੱਗੇ ਆ ਕਿ ਗੋਰਖਨਾਥ ਨੇ
ਵੈਰੀ 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 ਇੰਪੋਰਟੈਂਟ। ਗੋਰਖਨਾਥ ਨੇ ਇਸਤਰੀ ਨੂੰ ਬਾਗਣ ਬਘਿਆੜ ਨਹੀਂ ਕਿਹਾ। ਠੀਕ ਹੈ ਜੀ। ਸਾਡੇ ਕੋਲ ਅਗਲਾ ਨੁਕਤਾ ਆ ਕਿ ਦੇਖੋ ਇਹ ਪ੍ਰਸ਼ਨ ਬਹੁਤ ਵਾਰ ਆ ਚੁੱਕਾ ਕਿ ਬਘਿਆੜਨੀ ਇਸਤਰੀ ਨੂੰ ਜਾਂ ਔਰਤ ਨੂੰ ਕਿਸ ਨੇ ਕਿਹਾ, ਤਾਂ ਉੱਤਰ ਆਉਣਾ ਗੋਰਖਨਾਥ ਨੇ। ਅਗਲਾ ਨੁਕਤਾ ਆ ਵੈਰੀ ਇੰਪੋਰਟੈਂਟ ਕਿ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਵਿੱਚ ਸਥਾਨ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਦਿੱਤਾ ਸੀਗਾ। ਉਸ ਤੋਂ ਪਹਿਲਾਂ ਜਿੰਨੇ ਵੀ ਸਾਡੇ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਣ ਵਾਲੇ ਹੋਏ ਲੇਖਕ, ਉਹਨਾਂ ਨੇ ਇਸ ਚੀਜ਼ ਨੂੰ ਗੌਲਿਆ ਨਹੀਂ, ਪਰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਨਾਥ ਜੋਗੀਆਂ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਦਾ ਆਰੰਭ ਮੰਨਿਆ। ਆਰੰਭ ਕਾਲ ਇੱਥੋਂ ਮੰਨਦੇ ਨੇ, ਆਪਾਂ ਕਰ ਵੀ ਇਸੇ ਕਰਕੇ ਰਹੇ ਹਾਂ, ਤੇ ਇਹ ਦੇਣ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਆ। ਸਭ ਤੋਂ ਪਹਿਲਾਂ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਤੇ ਕਿਉਂ ਦਿੱਤਾ? ਉਹਨਾਂ ਨੇ ਕੁਝ ਪਛਾਣ ਚਿੰਨ੍ਹਾਂ, ਨਿਸ਼ਾਨੀਆਂ ਦੀ ਵੀ ਉਲੇਖ ਕੀਤਾ ਆ। ਨਾਥ ਜੋਗੀਆਂ ਦੀਆਂ ਪੰਜਾਬ ਵਿੱਚ ਜਿਹੜੀਆਂ ਨਿਸ਼ਾਨੀਆਂ ਮਿਲਦੀਆਂ ਆ, ਉਹਦੇ ਵਿੱਚ ਪਸ਼ਾਵਰ ਵਿੱਚ ਗੋਰਖ ਹਟੜੀ, ਪਸ਼ਾਵਰ ਦੇ ਵਿੱਚ ਗੋਰਖ ਹਟੜੀ ਜਿਹੜੀ ਆ ਉਹ ਮਿਲਦੀ ਆ, ਤੇ ਬਾਬਾ ਰਤਨ ਦਾ ਡੇਰਾ ਜਿਹੜਾ ਆ ਉਹ ਮਿਲਦਾ ਆ। ਅੱਗੇ ਤੁਰਦੇ ਆ ਕਿ ਜਿਹਲਮ ਦੇ ਵਿੱਚ ਬਾਲ ਨਾਥ ਦਾ ਟਿੱਲਾ, ਤੇਰੇ ਟਿੱਲੇ ਤੋਂ ਸੂਰਤ ਦਿੰਦੀ ਏ ਹੀਰ ਦੀ, ਇਹਦਾ ਆਪਾਂ ਜ਼ਿਕਰ ਸੁਣਦੇ ਆ ਨਾ ਕਲੀਆਂ ਦੇ ਵਿੱਚ, ਕੁਲਦੀਪ ਮਾਣਕ ਨੇ ਗਾਇਆ। ਜਿਹਲਮ ਦੇ ਵਿੱਚ ਬਾਲ ਨਾਥ ਦਾ ਟਿੱਲਾ ਆ। ਜਿਹੜਾ ਰਾਂਝਾ ਸੀਗਾ, ਜਿਹਦਾ ਅਸਲ ਨਾਂ ਧੀਂਦੋ ਸੀਗਾ, ਉਹ ਬਾਲਨਾਥ ਦਾ ਸ਼ਾਗਿਰਦ ਸੀਗਾ ਜਦੋਂ ਉਹ ਜੋਗੀ ਬਣਦਾ। ਤੇ ਜਿਹਲਮ ਦੇ ਵਿੱਚ ਬਾਲਨਾਥ ਦਾ ਟਿੱਲਾ ਮਿਲਦਾ ਆ। ਇਹਦਾ ਸੰਬੰਧ ਆਪਾਂ ਅਗਾਂਹ ਜਾ ਕੇ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਹੋਰ ਜੋੜਾਂਗੇ, ਨੋਟ ਕਰ ਲਿਓ ਆਪਣੇ ਮਨ ਦੇ ਵਿੱਚ। ਅਗਲਾ ਹੋਰ ਨਿਸ਼ਾਨੀ ਕਿਹੜੀ ਮਿਲਦੀ ਆ? ਅਬੋਹਰ ਦੇ ਵਿੱਚ ਚੌਰੰਗੀ ਨਾਥ ਦੀ ਧੂਣੀ ਮਿਲਦੀ ਆ। ਚੌਰੰਗੀ ਨਾਥ ਦੀ ਧੂਣੀ ਅਬੋਹਰ ਦੇ ਵਿੱਚ ਮਿਲਦੀ ਆ। ਇਹਨੂੰ ਵੀ ਨੋਟ ਕਰ ਲਿਓ, ਇਹਦੇ ਬਾਰੇ ਅਗਲੀ ਵੀਡੀਓ ਵਿੱਚ ਕੁਝ ਹੋਰ ਵਿਚਾਰ ਹੋਣਗੇ। ਸਿਆਲਕੋਟ ਦੇ ਵਿੱਚ ਪੂਰਨ ਦਾ ਖੂਹ ਮਿਲਦਾ। ਪੂਰਨ ਭਗਤ, ਸਲਵਾਨ ਦਾ ਮੁੰਡਾ, ਇਸ਼ਰਾ ਦਾ ਮੁੰਡਾ, ਉਹਦਾ ਖੂਹ ਸਿਆਲਕੋਟ ਦੇ ਵਿੱਚ ਮਿਲਦਾ। ਇਹ ਕੁਝ ਨਿਸ਼ਾਨੀਆਂ ਨੇ। ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਨਿਸ਼ਾਨੀਆਂ ਨੇ, ਜਿਵੇਂ ਚਰਪਟ ਨਾਥ ਜਿਹੜਾ ਆ ਉਹਨੂੰ ਚੰਬੇ ਰਿਆਸਤ ਦਾ ਰਾਜਗੁਰੂ ਮੰਨਿਆ ਗਿਆ, ਇਹ ਕਿਹਾ ਜਾਂਦਾ ਆ। ਚਰਪਟ ਨਾਥ ਦੇ ਬਾਰੇ ਆਪਾਂ ਗੱਲ ਕਰਾਂਗੇ। ਚਰਪਟ ਨਾਥ ਨੂੰ ਚੰਬੇ ਰਿਆਸਤ ਦਾ ਰਾਜਗੁਰੂ ਮੰਨਿਆ ਗਿਆ। ਵੈਰੀ 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 ਇੰਪੋਰਟੈਂਟ ਇਹ। ਠੀਕ ਹੈ ਜੀ। ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹੋ ਜਿਹੀਆਂ ਮਿਲਦੀਆਂ ਨੇ, ਪਰ ਇੰਪੋਰਟੈਂਟ ਬਹੁਤ ਜ਼ਿਆਦਾ ਪੇਪਰਾਂ ਵਿੱਚ ਆਉਂਦੀਆਂ ਇਹ ਆ। ਅੱਗੇ ਤੁਰਦੇ ਹਾਂ ਕਿ ਕੁਝ ਜਿਵੇਂ ਕੁਝ ਨਾਥ ਜੋਗੀ ਆ, ਉਹਨਾਂ ਦਾ ਸੰਬੰਧ ਸਿੱਧਾ ਪੰਜਾਬ ਨਾਲ ਆ, ਉਹਨਾਂ ਨੂੰ ਪੰਜਾਬੀ ਹੀ ਮੰਨਦੇ ਆ ਆਪਾਂ। ਉਹਨਾਂ ਦੇ ਵਿੱਚ ਗੁਰੂ ਗੋਰਖਨਾਥ ਕਿਹਾ ਜਾਂਦਾ ਕਿ ਉਹਨਾਂ ਦਾ ਜਨਮ ਗੋਰਖਪੁਰ, ਜ਼ਿਲ੍ਹਾ ਗੁਜਰਖਾਨ, ਤਹਿਸੀਲ ਗੁਜਰਖਾਨ, ਗੋਰਖਪੁਰ ਪਿੰਡ ਵਾ, ਤਹਿਸੀਲ ਗੁਜਰਖਾਨ ਤੇ ਜ਼ਿਲ੍ਹਾ ਰਾਵਲਪਿੰਡੀ ਵਿੱਚ ਗੁਰੂ ਗੋਰਖਨਾਥ ਦਾ ਜਨਮ ਹੋਇਆ, ਇਹ ਮੰਨਿਆ ਜਾਂਦਾ। ਇਸੇ ਤਰ੍ਹਾਂ ਹੀ ਰਤਨਨਾਥ ਦਾ ਜਨਮ ਬਠਿੰਡੇ ਦੇ ਵਿੱਚ ਹੋਇਆ ਮੰਨਿਆ ਜਾਂਦਾ। ਆਪਣੇ ਬਠਿੰਡੇ ਦੇ ਵਿੱਚ ਰਤਨਨਾਥ ਜੋਗੀ ਦਾ ਜਨਮ ਹੋਇਆ ਮੰਨਿਆ ਜਾਂਦਾ। ਅਗਲਾ ਪੂਰਨ ਭਗਤ, ਜਿਹਦੇ ਬਾਰੇ ਮੈਂ ਕਹਿ ਰਿਹਾ ਕਿ ਗੱਲ ਆਪਾਂ ਗਾਂਹ ਜਾ ਕੇ ਕਰਨੀ ਆ। ਪੂਰਨ ਨਾਥ ਵੀ ਕਹਿ ਦਿੰਦੇ ਆ, ਚੌਰੰਗੀ ਨਾਥ ਵੀ ਕਹਿ ਦਿੰਦੇ ਆ। ਇਹਨਾਂ ਦਾ ਜਨਮ ਸਿਆਲਕੋਟ ਵਿੱਚ ਹੋਇਆ। ਠੀਕ ਹੈ ਜੀ। ਸਾਡੇ ਕੋਲ ਅਗਲੇ ਜੋਗੀ ਨੇ ਜਲੰਧਰ ਨਾਥ। ਇਹ ਸੰਖੇਪ ਵਿੱਚ ਦੱਸ ਰਿਹਾ ਤਾਂ ਕਿ ਤੁਹਾਡੇ ਜ਼ਿਹਨ ਦੇ ਵਿੱਚ ਬੈਠ ਜਾਵੇ। ਜਲੰਧਰ ਨਾਥ ਦਾ ਜਨਮ ਜਲੰਧਰ ਵਿੱਚ ਹੋਇਆ, ਜਿਨ੍ਹਾਂ ਬਾਰੇ ਮੈਂ ਗਾਂਹ ਜਾ ਕੇ ਦੱਸੂਗਾ ਕਿ ਇਹਨਾਂ ਨੇ ਜਲੰਧਰ ਸ਼ਹਿਰ ਦਾ ਨਾਮ ਵੀ ਇਹਨਾਂ ਦੇ ਨਾਂ 'ਤੇ ਪਿਆ ਆ। ਇਸ ਕਰਕੇ ਇਹਨਾਂ ਦੇ ਸਾਰੇ ਨਾਥਾਂ ਦਾ ਜਿਹੜਾ ਜਨਮ ਪੰਜਾਬ ਵਿੱਚ ਹੋਣ ਕਰਕੇ ਇਹਨਾਂ ਨੂੰ ਪੰਜਾਬੀ ਮੰਨਿਆ ਗਿਆ। ਇਹਨਾਂ ਦੀ ਰਚਨਾ ਦੇ ਵਿੱਚ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ ਪੰਜਾਬੀ ਬੋਲੀ, ਪੰਜਾਬੀ ਲਹਿਜ਼ਾ ਮਿਲਦਾ ਆ। ਠੀਕ ਹੈ ਜੀ। ਇਸੇ ਕਰਕੇ ਨਾਥ ਜੋਗੀਆਂ ਦੇ ਸਾਹਿਤ ਨੂੰ ਪੰਜਾਬੀ ਦਾ ਆਰੰਭਕ ਸਾਹਿਤ ਮੰਨਿਆ ਜਾਂਦਾ, ਮੁੱਢਲਾ ਸਾਹਿਤ ਮੰਨਿਆ ਜਾਂਦਾ। ਠੀਕ ਹੈ ਜੀ। ਹੁਣ ਆਪਾਂ ਆਉਂਦੇ ਹਾਂ ਜਲੰਧਰ ਨਾਥ ਵੱਲ। ਜਲੰਧਰ ਨਾਥ ਨੋਟ ਕਰ ਲਓ ਜੀ, ਇਹਨੂੰ ਪਹਿਲਾ ਨਾਥ ਜਾਂ ਆਦਿਨਾਥ ਮੰਨਿਆ ਜਾਂਦਾ ਜਲੰਧਰ ਨਾਥ ਨੂੰ। ਦੂਜੀ ਗੱਲ, ਇਹਨੂੰ ਸ਼ਿਵ ਦਾ ਅਵਤਾਰ ਮੰਨਿਆ ਜਾਂਦਾ। ਸ਼ਿਵ ਦੇਵਤਾ ਜਿਹੜਾ ਹੋਇਆ ਉਹਦਾ ਅਵਤਾਰ ਮੰਨਿਆ ਜਾਂਦਾ। ਜਲੰਧਰ ਸ਼ਹਿਰ ਦੇ ਵਿੱਚ ਇਹ ਜਨਮੇ, ਤੇ ਇਹ ਵੀ ਕਿਹਾ ਜਾਂਦਾ ਕਿ ਜਲੰਧਰ ਸ਼ਹਿਰ ਦਾ ਨਾਮ ਜਲੰਧਰ ਨਾਥ ਜੋਗੀ ਦੇ ਨਾਂ 'ਤੇ ਪਿਆ। ਜਲੰਧਰ ਸ਼ਹਿਰ ਆਪਣਾ, ਜਲੰਧਰ ਜ਼ਿਲ੍ਹਾ ਜਿਹੜਾ ਖੇਡਾਂ ਦੇ ਨਾਂ ਦੇ ਤੌਰ 'ਤੇ ਦੁਨੀਆ ਭਰ ਵਿੱਚ ਪ੍ਰਸਿੱਧ ਆ। ਠੀਕ ਹੈ ਜੀ।
ਉਹ ਜਲੰਧਰ ਨਾਥ ਜੋਗੀ ਦੇ ਨਾਂ 'ਤੇ ਨਾਮ ਰੱਖਿਆ ਗਿਆ ਇਸ ਸ਼ਹਿਰ ਦਾ, ਇਸ ਜ਼ਿਲ੍ਹੇ ਦਾ। ਸਾਡੇ ਕੋਲ ਨਗਿੰਦਰ ਧੀਰ ਜੀ ਨੇ, ਉਹਨਾਂ ਨੇ ਬੜੀ ਖੋਜ ਕੀਤੀ ਆ। ਉਹ ਆਪਣੀ ਖੋਜ ਵਿੱਚ ਦੱਸਦੇ ਆ ਕਿ ਜਲੰਧਰ ਨਾਥ ਦੀ ਇੱਕ ਸ਼ਬਦ ਮਿਲਦਾ ਆ ਜਿਹਨੂੰ ਉਹਨਾਂ ਦੀ ਪ੍ਰਮਾਣਿਕ ਰਚਨਾ ਦਾ ਆਧਾਰ ਮੰਨਿਆ ਗਿਆ ਆ। ਜਲੰਧਰ ਨਾਥ ਦੀ ਬਹੁਤੀ ਰਚਨਾ ਜਿਹੜੀ ਆ ਉਹ ਸੰਸਕ੍ਰਿਤ ਵਿੱਚ ਮਿਲਦੀ ਆ ਜਾਂ ਅਪਭ੍ਰੰਸ਼, ਉਸ ਸਮੇਂ ਦੀਆਂ ਜਿਹੜੀਆਂ ਲੋਕ ਬੋਲੀਆਂ ਨੂੰ ਅਪਭ੍ਰੰਸ਼ ਕਿਹਾ ਜਾਂਦਾ ਸੀ, ਜਨ ਸਧਾਰਨ ਦੀ ਬੋਲੀ ਨੂੰ, ਜਿਨ੍ਹਾਂ ਤੋਂ ਬਾਅਦ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਧੁਨਿਕ ਭਾਸ਼ਾਵਾਂ ਦਾ ਜਨਮ ਹੋਇਆ ਮੰਨਿਆ ਜਾਂਦਾ, ਉਹਨਾਂ ਦੇ ਵਿੱਚ ਮਿਲਦੀ ਆ। ਠੀਕ ਹੈ ਜੀ। ਜਲੰਧਰ ਨਾਥ ਬਾਰੇ ਬਹੁਤ ਸੰਖੇਪ ਵਿੱਚ ਜਾਣਕਾਰੀ ਮਿਲਦੀ ਆ, ਪਰ ਉਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਗੁਰੂ ਗੋਰਖਨਾਥ, ਜਿਨ੍ਹਾਂ ਬਾਰੇ ਪੇਪਰ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਆਉਂਦੇ ਆ। ਤੇ ਗੁਰੂ ਗੋਰਖਨਾਥ ਬਾਰੇ ਆਪਾਂ ਖੁੱਲ੍ਹ ਕੇ ਵਿਸਥਾਰ ਵਿੱਚ ਗੱਲ ਕਰਨੀ ਆ। ਤੁਸੀਂ ਨੋਟ ਕਰਦੇ ਜਾਇਓ ਕਿ ਯੋਗ ਮੱਤ ਵਿੱਚ ਸਭ ਤੋਂ ਵੱਧ ਸਤਿਕਾਰਿਆ, ਸਭ ਤੋਂ ਵੱਧ ਪ੍ਰਸਿੱਧ ਵਿਅਕਤੀ ਜਿਹੜਾ ਆ ਉਹ ਗੁਰੂ ਗੋਰਖਨਾਥ ਹੋਇਆ। ਦੂਜੀ ਗੱਲ, ਕਈਆਂ ਨੇ ਯੋਗ ਮੱਤ ਨੂੰ ਗੋਰਖ ਦਾ ਮੱਤ ਵੀ ਕਿਹਾ, ਕਈ ਵਿਦਵਾਨਾਂ ਨੇ ਕਿਹਾ ਕਿ ਗੋਰਖ ਮੱਤ ਆ। ਠੀਕ ਹੈ ਜੀ। ਤੀਜੀ ਗੱਲ ਕਿ ਗੁਰੂ ਨਾਨਕ ਸਾਹਿਬ ਨੇ ਗੋਰਖਨਾਥ ਨੂੰ ਬਾਬਾ ਗੋਰਖ ਕਰਕੇ ਲਿਖਿਆ, ਬਾਬਾ ਗੋਰਖ ਗੁਰੂ ਨਾਨਕ ਸਾਹਿਬ ਨੇ ਕਿਹਾ। ਹੁਣ ਆਪਾਂ ਕੁਝ ਐਗਜ਼ਾਮਪਲਾਂ ਵੀ ਲਵਾਂਗੇ ਕਿਉਂਕਿ ਤੱਥ ਦੇ ਆਧਾਰ 'ਤੇ ਗੱਲ ਕਰ ਰਹੇ ਹਾਂ। ਤਾਂ ਗੁਰੂ ਨਾਨਕ ਦੇਵ ਜੀ ਰਾਮਕਲੀ ਮਹੱਲਾ ਪਹਿਲਾ ਵਿੱਚ ਲਿਖਦੇ ਆ ਕਿ ਬਾਬਾ ਗੋਰਖ ਜਾਗੈ, ਗੋਰਖ ਸੋ ਜਿਨ ਗੋਏ ਉਠਾਲੀ, ਕਰਤੈ ਬਾਰ ਨਾ ਲਾਗੈ। ਠੀਕ ਹੈ ਜੀ। ਰਾਮਕਲੀ ਮਹੱਲਾ ਪਹਿਲਾ ਦੇ ਵਿੱਚ ਇਹ ਲਿਖਿਆ ਹੋਇਆ ਆ। ਜਾਂ ਫਿਰ ਆਪਾਂ ਜਪਜੀ ਸਾਹਿਬ ਦੀ ਬਾਣੀ ਆ, ਉਹਦੇ ਵਿੱਚ ਤੁਕ ਲੈਂਦੇ ਆ ਕਿ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਗੁਰ ਗੋਰਖ ਇੱਥੇ ਵੀ ਜ਼ਿਕਰ ਹੋਇਆ ਮਿਲਦਾ। ਉਸ ਤੋਂ ਅੱਗੇ ਚੌਥਾ ਨੁਕਤਾ ਜਿਹੜਾ ਸਾਡੇ ਕੋਲ ਮਿਲਦਾ ਆ ਕਿ ਸੰਤ ਕਬੀਰ ਜੀ ਨੇ ਗੋਰਖਨਾਥ ਨੂੰ ਅਵਧੂਤ ਕਰਕੇ ਸੱਦਿਆ ਸੀਗਾ, ਅਵਧੂਤ ਕਰਕੇ ਮੰਨਿਆ ਸੀ ਜਾਂ ਲਿਖਿਆ ਸੀ। ਠੀਕ ਹੈ ਜੀ। ਸੰਤ ਕਬੀਰ, ਭਗਤ ਕਬੀਰ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਦੇ ਵਿੱਚ ਸਭ ਤੋਂ ਵੱਧ ਬਾਣੀ ਭਗਤ ਕਬੀਰ ਜੀ ਦੀ ਆ। ਅਵਧੂਤ ਕਰਕੇ ਉਹਨਾਂ ਨੇ ਗੁਰੂ ਗੋਰਖਨਾਥ ਨੂੰ ਯਾਦ ਕੀਤਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੇ ਵੀ ਅਵਧੂ ਸ਼ਬਦ ਵਰਤਿਆ ਗੁਰੂ ਗੋਰਖਨਾਥ ਵਾਸਤੇ। ਆੜਾ ਵਾਵਾ ਧੱਦੇ ਦਲਿੰਕੜ, ਅਵਧੂ। ਠੀਕ ਹੈ ਜੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਬਚਿੱਤਰ ਨਾਟਕ ਦੇ ਵਿੱਚ ਲਿਖਿਆ, ਪੁਨ ਹਰ ਗੋਰਖ ਕੋ ਉਪਰਾਜਾ, ਪੁਨ ਹਰ ਗੋਰਖ ਕੋ ਉਪਰਾਜਾ, ਸਿੱਖ ਕਰੈ ਤਿਨਹੂ ਬੜ ਰਾਜਾ। ਇਹ ਕਰਕੇ ਗੁਰੂ ਗੋਰਖਨਾਥ ਦਾ ਜਿਹੜਾ ਜ਼ਿਕਰ ਆ ਉਹਨਾਂ ਨੇ ਕੀਤਾ। ਆਪਾਂ ਅੱਗੇ ਤੁਰਦੇ ਹਾਂ। ਰਾਹੁਲ ਸੰਕਰਤਾਇਨ ਦੇ ਅਨੁਸਾਰ ਜਿਹੜਾ ਗੁਰੂ ਗੋਰਖਨਾਥ ਦਾ ਸਮਾਂ ਆ ਉਹ 809 ਈਸਵੀ ਤੋਂ ਲੈ ਕੇ 949 ਈਸਵੀ ਦੇ ਦਰਮਿਆਨ ਮੰਨਿਆ ਗਿਆ। ਰਾਹੁਲ ਸੰਕਰਤਾਇਨ ਦੇ ਅਨੁਸਾਰ 809 ਤੋਂ ਲੈ ਕੇ 949 ਈਸਵੀ। ਪਰ ਪੰਜਾਬੀ ਦੇ ਵਿੱਚ ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਰੀਪ੍ਰਜ਼ੈਂਟ ਕਰਨ ਵਾਲੇ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਗੁਰੂ ਗੋਰਖਨਾਥ ਦਾ ਸਮਾਂ 940 ਈਸਵੀ ਤੋਂ ਲੈ ਕੇ 1040 ਈਸਵੀ ਦੇ ਦਰਮਿਆਨ ਵਾ। ਕਿਹਨਾਂ ਦੇ ਅਨੁਸਾਰ? ਡਾਕਟਰ ਮੋਹਨ ਸਿੰਘ ਦੀਵਾਨਾ ਨੇ ਇਹ ਸਮਾਂ ਮਿੱਥਿਆ 940 ਤੋਂ ਲੈ ਕੇ 1040 ਈਸਵੀ ਦੇ ਦਰਮਿਆਨ ਦਾ। ਅੱਗੇ ਇਹ ਗੱਲ ਵੀ ਵਿਚਾਰ ਵਿੱਚ ਆਉਂਦੀ ਹੈ ਕਿ ਗੁਰੂ ਗੋਰਖਨਾਥ ਦੇ ਗੁਰੂ ਮਛੰਦਰਨਾਥ ਸੀਗੇ। ਮਛੰਦਰਨਾਥ ਹੋਰਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਇਹ ਜ਼ਰੂਰ ਮੰਨਿਆ ਜਾਂਦਾ ਕਿ ਉਹ ਰਾਜਸਥਾਨ ਦੇ ਵਿੱਚ ਹੋਏ, ਰਾਜਸਥਾਨ ਦੇ ਉਹ ਵਸਨੀਕ ਸੀਗੇ ਅਤੇ ਉੱਥੇ ਉਹਨਾਂ ਨੇ ਆਪਣੀ ਬਾਣੀ ਜਿਹੜੀ ਆ ਉਹ ਉਚਾਰੀ। ਬਹੁਤਾ ਕੁਝ ਉਹਨਾਂ ਬਾਰੇ ਨਹੀਂ ਮਿਲਦਾ। ਵੱਡੀ ਗੱਲ ਇਹ ਆ ਕਿ ਉਹ ਗੁਰੂ ਗੋਰਖਨਾਥ ਦੇ ਗੁਰੂ ਮੰਨੇ ਜਾਂਦੇ ਆ, ਮਛੰਦਰਨਾਥ। ਅੱਗੇ ਤੁਰਦੇ ਹਾਂ। ਇੱਕ ਰਵਾਇਤ ਇਹ ਵੀ ਆ ਕਿ ਗੁਰੂ ਗੋਰਖਨਾਥ ਨੇ ਆਪਣੇ ਗੁਰੂ ਮਛੰਦਰਨਾਥ ਨੂੰ ਸੁੰਦਰੀ ਦੇ ਤ੍ਰਿਆ ਜਾਲ ਦੇ ਵਿੱਚੋਂ ਕੱਢਿਆ ਸੀਗਾ, ਆਪਣੇ ਗੁਰੂ ਨੂੰ ਕੱਢਿਆ ਸੀਗਾ। ਸ਼ਾਇਦ ਇਸੇ ਕਰਕੇ ਬਹੁਤੀ ਮਕਬੂਲੀਅਤ ਗੁਰੂ ਗੋਰਖਨਾਥ ਨੂੰ ਮਿਲੀ ਆ, ਮਛੰਦਰਨਾਥ ਤੋਂ ਵੀ ਕਿਤੇ ਜ਼ਿਆਦਾ। ਅਤੇ ਗੁਰੂ ਗੋਰਖਨਾਥ ਬਾਰੇ ਕੁਝ ਕਥਾਵਾਂ ਦੇ ਵਿੱਚ ਜਿਹੜੀਆਂ ਗੱਲਾਂ ਪ੍ਰਚਲਿਤ ਨੇ ਉਹਨਾਂ ਬਾਰੇ ਆਪਾਂ ਥੋੜ੍ਹਾ ਜਿਹਾ ਵਿਚਾਰ ਕਰਨੀ ਆ। ਸਭ ਤੋਂ ਪਹਿਲੀ ਗੱਲ ਕਿ ਉਹਨਾਂ ਨੂੰ ਕਿਸੇ ਨੇ ਜੁਲਾਹਾ ਕਿਹਾ, ਕਿਸੇ ਨੇ ਉਹਨਾਂ ਨੂੰ ਤੇਲੀ ਵੀ ਕਿਹਾ। ਕਈ ਵਿਦਵਾਨਾਂ ਨੇ ਉਹਨਾਂ ਨੂੰ ਕਿਹਾ ਕਿ ਗੋਬਰ ਦੇ ਢੇਰ ਜੋ ਉਗਮੇ ਨੇ,
ਤੇ ਸ਼੍ਰੀ ਹਜ਼ਾਰੀ ਪ੍ਰਸਾਦ ਆਦਿ ਜਿਹੜੇ ਇਹਨਾਂ ਵਰਗੇ ਵਿਦਵਾਨ ਨੇ, ਉਹਨਾਂ ਨੇ ਕਿਹਾ ਕਿ ਇਹ ਬ੍ਰਾਹਮਣ ਕੁਲ ਦੇ ਵਿੱਚੋਂ ਸੀਗੇ ਗੁਰੂ ਗੋਰਖਨਾਥ ਜੀ। ਪਰ ਗੁਰੂ ਗੋਰਖਨਾਥ ਦੀ ਇੱਕ ਰਚਨਾ ਤੋਂ ਇਹ ਝੋਲਾ ਪੈਂਦਾ ਆ ਕਿ ਉਹ ਸੁਨਿਆਰਾ ਨੇ। ਉਹ ਲਿਖਦੇ ਆ ਕਿ ਸੋਨਾ ਲਿਓ ਰਸ ਸੋਨਾ ਲਿਓ ਮੇਰੀ ਜਾਤੀ ਸੁਨਾਰੀ ਰੇ, ਸੋਨਾ ਲਿਓ ਰਸ ਸੋਨਾ ਲਿਓ ਮੇਰੀ ਜਾਤੀ ਸੁਨਾਰੀ ਰੇ। ਇਸ ਤੋਂ ਇਹ ਝਲਕਾਰਾ ਪੈਂਦਾ ਹੈ ਕਿ ਗੁਰੂ ਗੋਰਖਨਾਥ ਜੀ ਜਿਹੜੇ ਨੇ ਉਹ ਸੁਨਿਆਰੀ ਜਾਤ ਦੇ ਨੇ। ਠੀਕ ਹੈ। ਸਾਡੇ ਕੋਲ ਇੱਕ ਹੋਰ ਰਵਾਇਤ ਆ, ਉਸ ਰਵਾਇਤ ਦੇ ਅਨੁਸਾਰ ਕਿ ਗੁਰੂ ਗੋਰਖਨਾਥ ਆਪਣੇ ਜਾਰੀ ਕੀਤੇ ਭੰਡਾਰੇ 'ਚ ਆਪ ਸੇਵਾ ਕਰਦੇ ਹੁੰਦੇ ਸੀ, ਕਿਉਂਕਿ ਉਹਨਾਂ ਨੇ ਜਿਹੜੀ ਸਿੱਖਿਆ ਦਿੱਤੀ ਆ, ਉਹਦੇ ਸਿੱਖਿਆ ਦੇ ਵਿੱਚ ਵੀ ਉਹਨਾਂ ਨੇ ਭੇਖੀਆਂ ਨੂੰ ਸੁਧਰਨ ਵਾਸਤੇ ਗੱਲ ਕੀਤੀ ਆ, ਜੋਗੀਆਂ ਨੂੰ ਸੰਜਮ ਸਿਆਣਪ ਘੱਟ ਖਾਣ ਵੱਧ ਭਗਤੀ ਕਰਨ ਦੀ ਗੱਲ ਕੀਤੀ ਆ। ਇਹਦੇ ਬਾਰੇ ਆਪਾਂ ਅਗਾਂਹ ਗੱਲ ਕਰਦੇ ਹਾਂ। ਤੇ ਗੁਰੂ ਗੋਰਖਨਾਥ ਦੇ ਕੁਝ ਚੇਲੇ ਨੇ ਜਿਹੜੇ ਰਾਜੇ ਹੁੰਦੇ ਸੀ ਉਸ ਵੇਲੇ ਦੇ, ਉਹ ਉਹਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਗੁਰੂ ਗੋਰਖਨਾਥ ਦੇ ਸ਼ਾਗਿਰਦ ਬਣ ਗਏ, ਚੇਲੇ ਬਣ ਗਏ। ਉਹਨਾਂ ਦੇ ਵਿੱਚ ਨਾਮ ਨੇ ਜਿਵੇਂ ਭਰਥਰੀ ਨਾਥ, ਜਿਹਨੂੰ ਆਪਾਂ ਭਰਥਰੀ ਹਰੀ ਕਹਿੰਦੇ ਆ, ਉਹ ਗੁਰੂ ਗੋਰਖਨਾਥ ਦਾ ਸ਼ਾਗਿਰਦ ਬਣ ਗਿਆ। ਗੋਪੀ ਚੰਦ ਦਾ ਨਾਮ ਬੜਾ ਪ੍ਰਸਿੱਧ ਆ, ਉਹ ਗੁਰੂ ਗੋਰਖਨਾਥ ਦਾ ਚੇਲਾ ਬਣ ਗਿਆ। ਪੂਰਨ ਭਗਤ ਵੀ ਗੁਰੂ ਗੋਰਖਨਾਥ ਦੇ ਸ਼ਾਗਿਰਦ ਰਹੇ ਨੇ। ਠੀਕ ਹੈ ਜੀ। ਅੱਗੇ ਆਪਾਂ ਤੁਰਦੇ ਹਾਂ ਕਿ ਗੁਰੂ ਗੋਰਖਨਾਥ ਦੀ ਸਿੱਖਿਆ ਦੇ ਦੋ ਆਧਾਰ ਸੀਗੇ। ਪਹਿਲਾ ਆਧਾਰ ਕੀ ਆ ਕਿ ਜੋਗੀਆਂ ਨੂੰ ਭੇਖਾਂ ਤੇ ਕੁਰੀਤੀਆਂ ਚੋਂ ਕੱਢ ਕੇ ਸਿੱਧੇ ਰਾਹੇ ਪਾਉਣਾ, ਇਹ ਉਹਨਾਂ ਦੀ ਸਿੱਖਿਆ ਦਾ ਪਹਿਲਾ ਆਧਾਰ ਸੀ। ਦੂਜਾ, ਜੋਗੀਆਂ ਨੂੰ ਸੰਜਮ ਜਤ ਸਤ ਨੂੰ ਕਾਇਮ ਰੱਖਣ ਅਤੇ ਸਿਮਰਨ ਦਾ ਉਪਦੇਸ਼ ਦੇਣਾ, ਇਹ ਉਹਨਾਂ ਦਾ ਜਿਹੜਾ ਦੂਜਾ ਸੀਗਾ ਆਪਣੀ ਸਿੱਖਿਆ ਦਾ ਆਧਾਰ ਇਹ ਸੀ। ਉਹਨਾਂ ਨੇ ਇਸਤਰੀ ਬਾਰੇ ਭਾਗਣ ਸ਼ਬਦ ਵਰਤਿਆ। ਉਹ ਲਿਖਦੇ ਆ ਕਿ ਦਾਮ ਕਾਢ ਭਾਗਣ ਲੈ ਆਇਆ, ਮਾਓ ਕਹੇ ਮੇਰਾ ਪੂਤ ਵਿਆਹਿਆ। ਵਿਆਹਿਆ ਮਤਲਬ ਵਿਆਹਿਆ। ਗੀਲੀ ਲੱਕੜੀ ਕੋ ਕੁਣ ਲਾਇਆ, ਤਿਨ ਡਾਲ ਮੂਲ ਸਣ ਖਾਇਆ। ਇਸੇ ਤਰ੍ਹਾਂ ਹੀ ਉਹ ਜੋਗੀਆਂ ਵਿੱਚ ਆਈਆਂ ਹੋਈਆਂ ਕੁਰੀਤੀਆਂ ਦਾ ਖੰਡਨ ਕਰਦੇ ਹੋਏ ਲਿਖਦੇ ਆ ਕਿ ਜੋਗੀ ਹੋਏ ਪਰ ਨਿੰਦਿਆ ਚਖੈ, ਮਦ ਮਾਸ ਘਰ ਭੋਗ ਜੋ ਭਖੈ, ਇਕੋਤਰ ਸੈ ਪੁਰਖ ਨਰਕੈ ਜਾਏ, ਸਤ ਸਤ ਪਾਖੰਤ ਗੋਰਖ ਰਾਏ। ਠੀਕ ਹੈ ਜੀ। ਇਸ ਤਰ੍ਹਾਂ ਉਹ ਆਪਣੀ ਬਾਣੀ ਦੇ ਵਿੱਚ ਜਿੱਥੇ ਇਸਤਰੀ ਨੂੰ ਭਗਤੀ ਦੇ ਵਿੱਚ ਅੜਚਣ ਮੰਨਦੇ ਆ, ਉਹਨੂੰ ਭਾਗਣ ਕਹਿੰਦੇ ਆ, ਔਰਤ ਬਾਰੇ ਉਹਨਾਂ ਦੀ ਬਹੁਤੀ ਬਾਣੀ ਦੇ ਵਿੱਚ ਨਿੰਦਿਆ ਕੀਤੀ ਗਈ ਆ, ਉੱਥੇ ਹੀ ਉਹਨਾਂ ਨੇ ਜੋਗਨਾਥ ਜਿਹੜੇ ਜੋਗੀ ਸੀਗੇ, ਨਾਥ ਸੀਗੇ, ਉਹਨਾਂ ਨੂੰ ਆਪਣੇ ਚਰਿੱਤਰ ਦੇ ਵਿੱਚ ਆਪਣੀ ਭਗਤੀ ਦੇ ਵਿੱਚ ਯੋਗ ਹੋਣ ਦੇ ਲਈ ਬਹੁਤ ਸਾਰੀਆਂ ਤੁਕਾਂ ਜਿਹੜੀਆਂ ਬਹੁਤ ਸਾਰੀ ਬਾਣੀ ਦੀ ਰਚਨਾ ਉਹਨਾਂ ਨੇ ਕੀਤੀ ਆ। ਅਤੇ ਗੁਰੂ ਗੋਰਖਨਾਥ ਜੀ ਦੀ ਬਹੁਤੀ ਬਾਣੀ ਜਿਹੜੀ ਆ ਉਹ ਸ਼ਲੋਕਾਂ ਦੇ ਵਿੱਚ, ਦੋਹਿਆਂ ਦੇ ਵਿੱਚ, ਪਦਿਆਂ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਮਿਲਦੀ ਆ। ਅਤੇ ਉਹਨਾਂ ਦੀ ਜਿਹੜੇ ਸ਼ਬਦ ਨੇ ਉਹ ਰਾਗਾਂ ਦੇ ਵਿੱਚ ਨੇ, ਰਾਗਾਂ ਦੇ ਵਿੱਚ ਰਚਨਾ ਜਿਹੜੀ ਆ ਉਹ ਮਿਲਦੀ ਆ। ਜਿਵੇਂ ਰਾਗ ਗੌੜੀ, ਰਾਮਕਲੀ ਰਾਗ ਜਾਂ ਭੈਰੋ ਰਾਗ ਆਦਿ ਜਿਹੜੇ ਨੇ ਉਹ ਪ੍ਰਮੁੱਖ ਰਾਗ ਉਹਨਾਂ ਨੇ ਵਰਤੇ ਆ। ਇਸੇ ਤਰ੍ਹਾਂ ਹੀ ਉਹਨਾਂ ਦੀ ਬਾਣੀ ਦੇ ਵਿੱਚ ਅਲੰਕਾਰਕ ਚਿੰਨ੍ਹਾਂ ਦੀ ਵਰਤੋਂ ਬਹੁਤ ਹੋਈ ਆ। ਆਪਾਂ ਇੱਕ ਉਦਾਹਰਨ ਵੇਖਦੇ ਹਾਂ ਕਿ ਨਦੀ ਢਿੱਗ ਅਤੇ ਬਿਰਖ ਨਾਰੀ ਸੰਗ ਪੁਰਖਾ, ਅਲਪ ਜੀਵ ਕੀ ਆਸਾ। ਇਸ ਤੁਕਾਂ, ਇਹਨਾਂ ਤੁਕਾਂ ਦੇ ਵਿੱਚ ਜਿਹੜੀ ਆ ਕਿ ਰੂਪਕ ਅਲੰਕਾਰ ਗੁਰੂ ਗੋਰਖਨਾਥ ਨੇ ਵਰਤਿਆ। ਜਿਹੜੀ ਨਦੀ ਆ, ਢਿੱਗ ਆ ਜਾਂ ਬਿਰਖ ਆ, ਇਹ ਰੂਪਕ ਅਲੰਕਾਰ ਦੇ ਤੌਰ 'ਤੇ ਇਸ ਬਾਣੀ ਦੇ ਵਿੱਚ ਆਏ ਨੇ। ਕੀ ਸੀਗੀ? ਨਦੀ ਢਿੱਗ ਅਤੇ ਬਿਰਖ ਨਾਰੀ ਸੰਗ ਪੁਰਖਾ, ਅਲਪ ਜੀਵ ਕੀ ਆਸਾ। ਅੱਗੇ ਤੁਰਦੇ ਹਾਂ ਜੀ। ਗੁਰੂ ਗੋਰਖਨਾਥ ਨੇ ਵਿਅੰਗਮਈ ਸ਼ੈਲੀ ਦੀ ਵੀ ਵਰਤੋਂ ਕੀਤੀ ਆ। ਜਦੋਂ ਉਹ ਇਸਤਰੀ ਬਾਰੇ ਲਿਖਦੇ ਆ ਉਦੋਂ ਵਿਅੰਗ ਕਰਦੇ ਆ, ਜਦੋਂ ਉਹ ਭੇਖੀ ਜੋਗੀਆਂ ਦਾ ਖੰਡਨ ਕਰਦੇ ਆ ਉਦੋਂ ਵੀ ਵਿਅੰਗਾਤਮਕ ਜਿਹੜੀ ਸ਼ੈਲੀ ਆ ਉਹ ਵਰਤਦੇ ਆ। ਆਮ ਤੌਰ 'ਤੇ ਗੁਰੂ ਗੋਰਖਨਾਥ ਦੀ ਰਚਨਾ ਦੇ ਵਿੱਚ ਸਦਾਚਾਰਕ ਜੀਵਨ ਦੇ ਰਾਹ ਖੁੱਲ੍ਹਦੇ ਨੇ, ਇਸ ਕਰਕੇ ਉਹ ਸਦਾਚਾਰਕ ਆਦਿ ਕਵੀ ਜਿਹੜੇ ਨੇ ਉਹ ਕਹੇ ਜਾ ਸਕਦੇ ਨੇ, ਕਿਉਂਕਿ ਸਦਾਚਾਰਕ ਜੀਵਨ ਦੀ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਗੱਲ ਕੀਤੀ ਆ। ਅਤੇ ਗੁਰੂ ਗੋਰਖ ਬਾਣੀ ਦੇ ਕੁਝ ਸਿਧਾਂਤ ਸੀਗੇ, ਕੁਝ ਨਿਯਮ ਸੀਗੇ। ਉਹਦੇ ਵਿੱਚ ਪਹਿਲਾ ਨਿਯਮ ਆ ਕਿ ਹੱਠ ਯੋਗ ਪ੍ਰਦੀਪਕਾ ਦੀ ਉਹਨਾਂ ਨੇ ਗੱਲ ਕੀਤੀ ਆ। ਦੂਜਾ ਗੋਰਖ ਕੀ ਗੋਸ਼ਟ ਦੀ ਗੱਲ ਕੀਤੀ ਆ। ਤੀਜਾ ਗੋਰਖ ਬੋਧ ਜਿਹੜਾ ਆ ਉਹਨਾਂ ਦੀ ਬਾਣੀ ਦਾ ਪ੍ਰਮੁੱਖ ਸਿਧਾਂਤ ਆ।
ਇਹ ਤਿੰਨ ਸਿਧਾਂਤ ਉਹਨਾਂ ਦੀ ਬਾਣੀ ਦੇ ਜਿਹੜੇ ਬਹੁਤ ਪ੍ਰਮੁੱਖ ਨੇ। ਇਸ ਤੋਂ ਇਲਾਵਾ ਗੁਰੂ ਗੋਰਖਨਾਥ ਨੇ ਸੰਸਕ੍ਰਿਤ ਵਿੱਚ ਵੀ ਰਚਨਾ ਕੀਤੀ, ਗੁਜਰਾਤੀ ਵਿੱਚ ਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਦੇ ਕਥਨ ਜਿਹੜੇ ਆ ਉਹ ਮਿਲਦੇ ਆ। ਆਪਾਂ ਅੱਗੇ ਤੁਰਦੇ ਹਾਂ। ਮੈਂ ਤੁਹਾਨੂੰ ਪਹਿਲੇ ਲੈਕਚਰ ਦੇ ਵਿੱਚ ਦੱਸਿਆ ਸੀ ਕਿ ਨਰਿੰਦਰ ਧੀਰ ਨੇ ਗੋਰਖ ਉਪਨਿਸ਼ਦ ਦਾ ਜ਼ਿਕਰ ਵੀ ਕੀਤਾ ਆ। ਇਹ ਮੰਨਿਆ ਜਾਂਦਾ ਕਿ ਗੋਰਖ ਉਪਨਿਸ਼ਦ ਦੀ ਰਚਨਾ ਜਿਹੜੀ ਆ ਉਹ ਵੀ ਗੁਰੂ ਗੋਰਖਨਾਥ ਨੇ ਕੀਤੀ, ਪਰ ਨਵੀਆਂ ਖੋਜਾਂ ਇਹ ਦੱਸ ਰਹੀਆਂ ਕਿ ਇਸ ਦੀ ਰਚਨਾ ਗੁਰੂ ਗੋਰਖਨਾਥ ਦੇ ਕਾਲ ਤੋਂ ਬਾਅਦ ਵਿੱਚ ਹੋਈ। ਪਰ ਨਰਿੰਦਰ ਧੀਰ ਨੇ ਕਿਹਾ ਕਿ ਗੋਰਖ ਉਪਨਿਸ਼ਦ ਜਿਹੜਾ ਆ ਉਹ ਗੁਰੂ ਗੋਰਖਨਾਥ ਦੀ ਰਚਨਾ ਆ। ਠੀਕ ਹੈ ਜੀ, ਅੱਗੇ ਤੁਰਦੇ ਹਾਂ। ਗੋਰਖਨਾਥ ਦੇ ਨਾਂ ਨਾਲ ਅਨੇਕਾਂ ਹਿੰਦੀ ਤੇ ਸੰਸਕ੍ਰਿਤ ਦੀਆਂ ਰਚਨਾਵਾਂ ਜਿਹੜੀਆਂ ਆ ਉਹ ਜੋੜੀਆਂ ਜਾਂਦੀਆਂ ਆ। ਜਿਵੇਂ ਸੰਸਕ੍ਰਿਤ ਦੀਆਂ ਰਚਨਾਵਾਂ ਦੇ ਵਿੱਚ ਆਪਾਂ ਜੇ ਕਿਸ ਜ਼ਿਕਰ ਕਰਨਾ ਹੋਵੇ ਤਾਂ ਉਹ ਹੈਗੀਆਂ ਨੇ, ਜਿਵੇਂ ਨੋਟ ਕਰ ਲਵੋ, ਅਮਰੌਧ, ਸ਼ਾਸਨਮ, ਅਵਧੂਤ ਗੀਤਾ, ਗੋਰਖਸ਼ ਗੀਤਾ, ਗੋਰਖਸ਼ ਸ਼ਤਕ, ਗਿਆਨ ਵਰਤ, ਗੋਰਖਸ਼ ਕਲਪ, ਚਤੁਰ ਸ਼ੀਤਾਸਨ, ਮਹਾਰਖ ਮਜਰੀ, ਸਿੱਧ ਸਿਧਾਂਤ ਪद्धति, ਗੋਰਸ਼ਕ ਪ੍ਰਿਸ਼ਟਿਕਾ, ਸਿੱਧ ਸਿਧਾਂਤ ਪद्धति ਅਤੇ ਜੋਗ ਬੀਜ ਆਦਿ। ਇਹ ਜਿਹੜੀਆਂ ਨੇ ਉਹਨਾਂ ਦੀਆਂ ਕੁਝ ਸੰਸਕ੍ਰਿਤਿਕ ਰਚਨਾਵਾਂ ਜਿਹੜੀਆਂ ਨੇ ਉਹਨਾਂ ਦਾ ਜ਼ਿਕਰ ਮਿਲਦਾ ਆ। ਇਸ ਤੋਂ ਇਲਾਵਾ ਕਿਹਾ ਜਾਂਦਾ ਕਿ ਗੁਰੂ ਗੋਰਖਨਾਥ ਨੇ ਸਾਖੀ, ਪਦ, ਥਿੱਤੀ, ਵਾਰ, ਸਪਤਾਹ, ਜਿਹਨੂੰ ਆਪਾਂ ਸਪਤਵਾਰ ਜਾਂ ਸਤਵਾਰਾ ਕਹਿ ਦਿੰਦੇ ਪੰਜਾਬੀ ਦੇ ਵਿੱਚ, ਥਿੱਤੀ, ਅਸ਼ਟਪਦੀਆਂ ਆਦਿ ਜਿਹੜੇ ਕਾਵਿ ਰੂਪ ਆ ਉਹਨਾਂ ਦੇ ਵਿੱਚ ਆਪਣੀ ਰਚਨਾ ਜਿਹੜੀ ਆ ਉਹ ਲਿਖੀ ਆ। ਤੇ ਗੁਰੂ ਗੋਰਖਨਾਥ ਦੀ ਬਾਣੀ ਨੂੰ ਤਿੰਨ ਭਾਗਾਂ ਵਿੱਚ ਆਮ ਤੌਰ ਤੇ ਵੰਡ ਲੈਂਦੇ ਆ, ਜਿਹਦੇ ਵਿੱਚ ਸ਼ਲੋਕ ਤੇ ਸਾਖੀਆਂ, ਦੂਜਾ ਪਦ ਜਾਂ ਸ਼ਬਦ, ਤੀਜਾ ਸਪਤਵਾਰ ਜਾਂ ਸਪਤਾਰਾ, ਪੰਚਰਾਹ, ਥਿੱਤੀ, ਗਿਆਨ, ਚੌਤਸੀ, ਨੌ ਗ੍ਰਹਿ ਆਦਿ ਜਿਹੜੇ ਆ ਇਹ ਨੁਕਤੇ ਪਛਾਣੇ ਜਾਂਦੇ ਆ। ਦੇਖੋ ਤਿੰਨ ਭਾਗ, ਪਹਿਲਾ ਸ਼ਲੋਕ ਜਾਂ ਸਾਖੀ, ਦੂਜਾ ਪਦ ਜਾਂ ਸ਼ਬਦ, ਤੀਜਾ ਸਪਤਾਹ ਜਾਂ ਸਪਤਾਹਵਾਰ ਜਾਂ ਸਤਵਾਰਾ, ਇਹ ਇੱਕੋ ਨੂੰ ਕਹਿੰਦੇ ਆ। ਇਹਦੇ ਵਿੱਚ ਹੀ ਪੰਚਰਾਹ, ਅੱਗੇ ਥਿੱਤੀ, ਗਿਆਨ, ਚੌਤਸੀ, ਨੌ ਗ੍ਰਹਿ ਆਦਿ ਆਦਿ ਆਦਿ। ਠੀਕ ਹੈ ਜੀ। ਤੇ ਇੱਕ ਹੋਰ ਵੈਰੀ ਇੰਪੋਰਟੈਂਟ ਕਿ ਗੁਰੂ ਗੋਰਖਨਾਥ ਦੀ ਬਾਣੀ ਦੇ ਵਿੱਚ ਜਿਹੜਾ ਪ੍ਰਧਾਨ ਰਸ ਆ ਉਹ ਹੈ ਸ਼ਾਂਤ ਰਸ। ਸ਼ਾਂਤ ਰਸ ਜਿਹੜਾ ਆ ਉਹ ਪ੍ਰਮੁੱਖ ਤੌਰ ਤੇ ਗੁਰੂ ਗੋਰਖ ਬਾਣੀ ਦੇ ਵਿੱਚ ਮਿਲਦਾ ਆ। ਤੇ ਗੁਰੂ ਗੋਰਖ ਬਾਣੀ ਦੀਆਂ ਕੁਝ ਪ੍ਰਮੁੱਖ ਤੁਕਾਂ, ਕੁਝ ਬੰਦ ਜਿਹੜੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਤਾਂ ਕਿ ਜੇ ਪੇਪਰ ਦੇ ਵਿੱਚ ਉਹ ਆਉਂਦੇ ਨੇ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਕਿਹਨਾਂ ਦੇ ਲਿਖੇ ਹੋਏ ਆ। ਜਿਵੇਂ ਖਦੇ ਝਰੇ, ਸਲੂਣੇ ਖਰੇ, ਮੀਠੇ ਉਪਜੇ ਰੋਗ, ਕਹੇ ਗੋਰਖ ਸੁਣੋ ਸਿੱਧੋ, ਅੰਨ ਪਾਣੀ ਜੋਗ। ਇਹ ਗੁਰੂ ਗੋਰਖਨਾਥ ਦੀ ਤੁਕ ਆ। ਅੱਗੇ ਹੱਸਿਆ ਖੇਲਿਆ ਰਹਿਆ ਰੰਗ, ਕਾਮ ਕ੍ਰੋਧ ਨਾ ਕਰਿਆ ਸੰਗ। ਜਾਂ ਫਿਰ ਉਹ ਨਾਲ ਹੀ ਲਿਖਦੇ ਆ ਕਿ ਹੱਸਿਆ ਖੇਲਿਆ ਗਾਇਆ ਗੀਤ, ਦ੍ਰਿੜ ਕਰ ਰਾਖ ਆਪਣਾ ਜੀਤ। ਹੱਸਿਆ ਖੇਲਿਆ ਗਾਇਆ ਗੀਤ, ਦ੍ਰਿੜ ਕਰ ਰਾਖ ਆਪਣਾ ਜੀਤ। ਠੀਕ ਹੈ ਜੀ। ਇੰਨਾ ਕੁਝ ਗੁਰੂ ਗੋਰਖਨਾਥ ਜੀ ਬਾਰੇ ਰੈਲੇਵੈਂਟ ਮਟੀਰੀਅਲ ਮਿਲਦਾ ਆ ਜੋ ਬਹੁਤ ਹੀ ਇੰਪੋਰਟੈਂਟ ਸੀ ਤੇ ਬਹੁਤ ਹੀ ਜ਼ਰੂਰੀ ਸੀ ਕਿ ਸਾਨੂੰ ਪਤਾ ਹੋਵੇ। ਇਹਨਾਂ ਤੋਂ ਬਾਅਦ ਇੱਕ ਵੀਡੀਓ ਹੋਰ ਨਾਥ ਜੋਗੀਆਂ ਦੇ ਸੰਬੰਧ ਵਿੱਚ ਆਪਾਂ ਸੁਣਨੀ ਆ, ਮੈਂ ਤੁਹਾਡੇ ਵਾਸਤੇ ਤਿਆਰ ਕਰ ਲਈ ਆ ਤੇ ਤਿਆਰ ਕਰ ਵੀ ਰਿਹਾ ਕੁਝ ਮੈਟਰ। ਉਹਦੇ ਵਿੱਚ ਆਪਾਂ ਚਰਪਟਨਾਥ, ਚੁਰੰਗੀਨਾਥ, ਰਤਨਨਾਥ, ਭਰਥਰੀਨਾਥ, ਗੋਪੀਨਾਥ ਆਦਿ ਆਦਿ ਜਿਹੜੇ ਨੇ ਨਾਥ ਜੋਗੀ ਉਹਨਾਂ ਬਾਰੇ ਪੜਾਂਗੇ। ਇਹ ਮੇਰਾ ਆਦਿ ਕਾਲ ਦੇ ਵਿੱਚ ਦੂਜਾ ਲੈਕਚਰ ਸੀ। ਤੀਸਰਾ ਲੈਕਚਰ ਵੀ ਨਾਥ ਜੋਗੀਆਂ ਨਾਲ ਸੰਬੰਧਿਤ ਹੋਊਗਾ। ਹਾਲੇ ਆਦਿ ਕਾਲ ਦਾ ਜੋ ਪੰਜਾਬੀ ਸਾਹਿਤ ਆ ਉਹਦੇ ਬਾਰੇ ਕੁਝ ਹੋਰ ਲੈਕਚਰ ਵੀ ਹੋਣਗੇ, ਪਰ ਇਹ ਲੈਕਚਰ ਬਹੁਤ ਲੰਬਾ ਨਾ ਹੋਵੇ ਇਸ ਕਰਕੇ ਮੈਂ ਆਪਾਂ ਜੋ ਇਹਦੇ ਵਿੱਚ ਪੜ੍ਹਿਆ, ਸਭ ਤੋਂ ਪਹਿਲਾਂ ਆਪਾਂ ਨਾਥ ਸਾਹਿਤ ਬਾਰੇ ਪੜ੍ਹਿਆ, ਨਾਥ ਜੋਗੀਆਂ ਦੇ ਸਾਹਿਤ ਬਾਰੇ, ਫਿਰ ਆਪਾਂ ਜਲੰਧਰਨਾਥ ਬਾਰੇ ਪੜ੍ਹਿਆ, ਉਸ ਤੋਂ ਬਾਅਦ ਆਪਾਂ ਗੋਰਖਨਾਥ ਬਾਰੇ ਪੜ੍ਹਿਆ। ਠੀਕ ਹੈ ਜੀ। ਮਛੰਦਰਨਾਥ ਦਾ ਵੀ ਥੋੜ੍ਹਾ ਜਿਹਾ ਜ਼ਿਕਰ ਹੋਇਆ। ਅਗਾਂਹ ਵਾਲੀਆਂ ਵੀਡੀਓ ਵਿੱਚ ਆਪਾਂ ਚਰਪਟਨਾਥ, ਚੁਰੰਗੀਨਾਥ, ਰਤਨਨਾਥ, ਭਰਥਰੀਨਾਥ, ਗੋਪੀਨਾਥ ਉਹਨਾਂ ਬਾਰੇ ਗੱਲ ਕਰਨੀ ਆ। ਮੈਂ ਪ੍ਰਸ਼ਨ ਦੋ ਕੁ ਪੁੱਛੇ ਸੀ ਮੋਹਰੇ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਣ ਵਾਲਾ ਪਹਿਲਾ ਲੇਖਕ
ਕੌਣ ਸੀ? ਉੱਤਰ ਹੈਗਾ ਬਾਬਾ ਬੁੱਧ ਸਿੰਘ। ਪਿਛਲੀ ਵੀਡੀਓ ਵਿੱਚ ਮੈਂ ਇਹਦੇ ਜਵਾਬ ਦਿੱਤੇ ਸੀ। ਦੂਜਾ ਪ੍ਰਸ਼ਨ ਸੀਗਾ ਕਿ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਪ੍ਰਮਾਣਿਕ ਤੌਰ ਤੇ ਲਿਖਣ ਵਾਲਾ ਪਹਿਲਾ ਲੇਖਕ ਕੌਣ ਸੀ? ਉੱਤਰ ਹੈ ਡਾਕਟਰ ਮੋਹਨ ਸਿੰਘ ਦੀਵਾਨਾ। ਤੀਜਾ ਪ੍ਰਸ਼ਨ ਮੈਂ ਪੁੱਛਿਆ ਸੀ ਕਿ ਪੰਜਾਬੀ ਵਿੱਚ ਪੰਜਾਬੀ ਸਾਹਿਤ ਨੂੰ ਪਹਿਲੀ ਵਾਰ ਜਾਂ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਪਹਿਲੀ ਵਾਰ ਲਿਖਣ ਵਾਲਾ ਕੌਣ ਸੀ? ਤਾਂ ਉੱਤਰ ਹੈ ਜੀ ਗੋਪਾਲ ਸਿੰਘ ਦਰਦੀ। ਠੀਕ ਹੈ ਜੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਜੋ ਲੈਕਚਰ ਮਿਲ ਰਹੇ ਨੇ ਫ੍ਰੀ ਆਫ ਕਾਸਟ, ਬਿਲਕੁਲ ਮੁਫਤ ਪੜ੍ਹ ਰਹੇ ਹੋ ਤੁਸੀਂ, ਪਰ ਤੁਹਾਡੇ ਫਾਇਦੇ ਵਾਲੇ ਬਹੁਤ ਨੇ, ਕਿਉਂਕਿ ਰੈਲੇਵੈਂਟ ਮਟੀਰੀਅਲ ਇੱਥੇ ਤੁਹਾਨੂੰ ਦਿੱਤਾ ਜਾ ਰਿਹਾ। ਸਾਰਾ ਕੁਝ ਇੱਕੋ ਲੈਕਚਰ ਦੇ ਵਿੱਚ, ਵਾਰ-ਵਾਰ ਖਲਾਰਾ ਨਹੀਂ ਪਾਇਆ ਜਾ ਰਿਹਾ। ਸ਼ਾਮ ਨੂੰ ਡਾਊਟ ਸੈਸ਼ਨ ਹੋ ਰਿਹਾ, ਬਹੁਤ ਕਮਾਲ ਦੀ ਪੜ੍ਹਾਈ ਹੋ ਰਹੀ ਆ। ਮੈਨੂੰ ਉਮੀਦ ਆ ਕਿ ਤੁਸੀਂ ਬਹੁਤ ਕੁਝ ਸਿੱਖ ਰਹੇ ਹੋਵੋਗੇ। ਚੜ੍ਹਦੀ ਕਲਾ ਵਿੱਚ ਰਹੋ, ਇਸੇ ਤਰ੍ਹਾਂ ਸਿੱਖਦੇ ਰਹੋ, ਦੇਖਦੇ ਰਹੋ, ਜੁੜੇ ਰਹੋ। ਸਤਿ ਸ੍ਰੀ ਅਕਾਲ।